ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਟ੍ਰਿਬਿਊਨ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਅਤੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ ਤੁਹਾਡੇ ਸਾਹਮਣੇ ਹਾਜ਼ਰ ਹਾਂ, ਜਿਸ ਵਿੱਚ ਅੱਜ ਗੱਲ ਕਰਾਂਗੇ ਭਾਰਤ ਅਤੇ ਚੀਨ ਵਿਚਕਾਰ ਵੱਧ ਰਹੇ ਟਕਰਾਅ ਬਾਰੇ। ਸਤਿ ਸ਼੍ਰੀ ਅਕਾਲ ਹਮੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਮੀਰ ਸਿੰਘ ਜੀ, ਭਾਰਤ ਦੇ ਲਦਾਖ ਖੇਤਰ ਵਿੱਚ ਸਥਿਤ ਗਲਵਾਨ ਘਾਟੀ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਕਾਰ ਸ਼ੁਰੂ ਹੋਇਆ ਵਿਵਾਦ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਇਹ ਕੀ ਇਸ ਦੇ ਕਾਰਨ ਨੇ? ਇਸ ਬਾਰੇ ਵਿਸਤਾਰਪੂਰਵਕ ਦੱਸੋ। ਬਿਲਕੁਲ ਕਾਫੀ ਲੰਮੇ ਸਮੇਂ ਤੋਂ, ਖਾਸ ਤੌਰ ਤੇ 2 ਮਹੀਨੇ ਤੋਂ ਤਾਂ ਇਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਵੀ ਹੈ। ਖਾਸ ਤੌਰ ਤੇ ਇਸ ਮਹੀਨੇ ਜਦੋਂ ਸਾਡੇ 20 ਜਿਹੜੇ ਫੌਜੀ ਅਫਸਰ ਵੀ ਵਿੱਚ, ਇੱਕ ਕਰਨਲ ਵੀ ਤੇ ਬਾਕੀ ਜਵਾਨ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਉਸ ਮਾਮਲੇ ਦੇ ਵਿੱਚ ਟਕਰਾਅ 'ਚ, ਉਦੋਂ ਬਾਅਦ ਜ਼ਿਆਦਾ ਵਿਵਾਦਤ ਰੂਪ ਦੇ ਵਿੱਚ ਸਾਹਮਣੇ ਆਇਆ। ਪਰ ਇਹ ਬਹੁਤ ਲੰਮੇ ਸਮੇਂ ਤੋਂ ਅੰਦਰ ਚੱਲ ਰਿਹਾ ਸੀ, ਜਿਹਦਾ ਸਾਡੀ ਸਰਕਾਰ ਨੇ ਜਾਂ ਸਾਡੇ ਲੋਕਾਂ ਦੇ ਸਾਹਮਣੇ ਇਹ ਗੱਲ ਨਹੀਂ ਉਸ ਪੱਧਰ ਦੇ ਉੱਤੇ ਲਿਆਂਦੀ। ਔਰ ਈਵਨ ਵਿਰੋਧੀ ਧਿਰ ਨੇ ਵੀ ਕਾਫੀ ਮਤਲਬ ਇਹਦੇ ਤੇ ਇਹ ਕਿਹਾ ਕਿ ਸਾਨੂੰ ਜਾਣਕਾਰੀ ਦਿਓ, ਤੇ ਇਹ ਵੀ ਫੌਜੀਆਂ ਦੀ ਸ਼ਹਾਦਤ ਤੋਂ ਬਾਅਦ ਹੀ ਫਿਰ ਜਾ ਕੇ ਇੱਕ ਆਲ ਪਾਰਟੀ ਮੀਟਿੰਗ ਬੁਲਾਈ ਗਈ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜੇਕਰ ਦੇਖਿਆ ਜਾਵੇ ਤਾਂ 5 ਮਈ ਨੂੰ, ਇਹ 15 ਜੂਨ ਦੀ ਘਟਨਾ ਹੈ ਜਿਹੜਾ ਟਕਰਾਅ ਆਪਸ ਦੇ ਵਿੱਚ ਹੋਇਆ, ਤੇ ਇਹ 45 ਸਾਲਾਂ ਬਾਅਦ ਹੋਇਆ। ਕੋਈ ਫਿਜ਼ੀਕਲ ਟਕਰਾਅ ਇਸ ਲੈਵਲ ਦਾ ਨਹੀਂ ਸੀ ਕਦੇ ਪਹਿਲਾਂ ਹੋਇਆ ਕਿ ਬੰਦੇ ਮਰ ਜਾਣ, ਮਤਲਬ ਬੰਦਿਆਂ ਦੇ ਮਰ ਜਾਣ ਤੱਕ ਨਹੀਂ ਸੀ ਹੋਇਆ, ਔਰ ਫਸਟ ਹੈ 45 ਸਾਲਾਂ ਬਾਅਦ। ਤੇ ਉਦੋਂ ਬਾਅਦ ਜਦੋਂ 5 ਮਈ ਨੂੰ ਸਾਡੇ ਇੱਕ ਕਮਾਂਡਿੰਗ ਅਫਸਰ ਲੈਵਲ ਦੇ ਬੰਦੇ ਦੀ ਕੁੱਟਮਾਰ ਹੋਈ ਸੀ, ਉਦੋਂ ਬਾਅਦ ਵੀ ਚੇਤ ਜਾਣਾ ਚਾਹੀਦਾ ਸੀ ਕਿ ਮਾਮਲਾ ਕੋਈ ਵੱਡਾ ਹੋ ਸਕਦਾ ਜਾਂ ਵੱਡੀ ਕੋਈ ਘਟਨਾ ਵਾਪਰ ਸਕਦੀ ਹੈ ਉਸ ਪੱਧਰ ਦੇ ਉੱਤੇ, ਪਰ ਉਹ ਗੱਲ ਸਾਡੇ ਸਾਹਮਣੇ ਨਹੀਂ ਆਈ। ਈਵਨ ਜਦੋਂ ਆਲ ਪਾਰਟੀ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਦਾ ਇੱਕ ਬਿਆਨ ਆਇਆ, ਉਹਨੇ ਹੋਰ ਜ਼ਿਆਦਾ ਵਿਵਾਦ ਪੈਦਾ ਕੀਤਾ। ਉਸ ਪ੍ਰਧਾਨ ਮੰਤਰੀ ਦਾ ਬਿਆਨ ਇਹ ਅਜਿਹਾ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਚੀਨ ਨੇ ਨਾ ਸਾਡੇ ਕਿਸੇ ਇਲਾਕੇ 'ਚ ਚੀਨ ਆਇਆ, ਨਾ ਹੁਣ ਹੈ, ਤੇ ਨਾ ਹੀ ਇਜਾਜ਼ਤ ਦਿੱਤੀ ਜਾਏਗੀ। ਉਹ ਸਾਰੇ ਮਾਮਲੇ ਦੇ ਵਿੱਚ ਫਿਰ ਹੋ ਹੱਲਾ ਮਚ ਗਿਆ। ਫਿਰ ਸਵਾਲ ਪੈਦਾ ਹੋਣੇ ਸੁਭਾਵਿਕ ਸੀਗੇ। ਮਹਾਰਾ ਨੇ ਵੀ ਸਵਾਲ ਕੀਤੇ ਔਰ ਆਪੋਜੀਸ਼ਨ ਨੇ ਵੀ ਸਵਾਲ ਕੀਤੇ ਕਿ ਜੇਕਰ ਉਹ ਸਾਡੇ ਨਹੀਂ ਆਏ ਤਾਂ ਸਾਡੇ ਫੌਜੀਆਂ ਨਾਲ ਲੜਾਈ ਕਿਵੇਂ? ਇਹਦਾ ਮਤਲਬ ਸਾਡੇ ਫੌਜੀ ਉੱਧਰ ਗਏ ਫਿਰ, ਤੇ ਜੇਕਰ ਉਹ ਸਾਡੇ ਆਏ ਸੀਗੇ ਤਾਂ ਹੀ ਜਾ ਕੇ ਕਿਤੇ ਟਕਰਾਅ ਹੋਇਆ, ਉਹਨਾਂ ਨੇ ਉਹਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਹੋਣੀ ਆ ਕੋਈ ਨਾ ਕੋਈ ਗੱਲ। ਔਰ ਇਹ ਗੱਲ ਨੇ ਸਗੋਂ ਚੀਨੀ ਮੀਡੀਆ ਦੇ ਵਿੱਚ ਜਾਂ ਬਾਕੀ ਦੇ ਵਿੱਚ ਤਾਂ ਉਹਨਾਂ ਦੇ ਲਈ ਇਹ ਫਾਇਦੇਮੰਦ ਚੀਜ਼ ਹੋ ਗਈ ਕਿ ਦੇਖੋ ਜੀ ਅੱਗੇ ਨੂੰ ਅਸੀਂ ਤਾਂ ਹੁਣ ਪ੍ਰਾਈਮ ਮਿਨਿਸਟਰ ਕਹਿ ਰਹੇ ਨੇ ਭਾਰਤ ਦੇ, ਅਸੀਂ ਤਾਂ ਕੁਝ ਵੀ ਨਹੀਂ ਕਰ ਰਹੇ। ਜਦ ਕਿ ਟਕਰਾਅ ਦੇ ਵਿੱਚ ਜਿਹੜੇ ਮਾਹਰ ਨੇ ਉਹ ਕਈ ਸਵਾਲ ਉਠਾ ਰਹੇ ਨੇ ਬੜੇ ਵੱਡੇ, ਜਿਵੇਂ ਡਾਕਟਰ ਬ੍ਰਹਮ ਚਲਾਨੀ ਨੇ ਜਿਹੜੇ ਇੰਡੀਆ ਦੇ ਸਟ੍ਰੈਟਜਿਸਟ ਕਹੇ ਜਾਂਦੇ ਨੇ, ਹੋਰ ਕਈ ਮੁੱਦੇ ਤੇ। ਔਰ ਉਹਦੇ 'ਤੇ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਵਿੱਚੋਂ ਇੱਕ ਸਪਸ਼ਟੀਕਰਨ ਵੀ ਆਇਆ, ਔਰ ਉਹਨਾਂ ਦਾ ਪਰ ਬ੍ਰਹਮ ਚਲਾਨੀ ਉਹਨਾਂ ਦਾ ਇਹ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਵੱਲੋਂ ਹੀ ਸਪਸ਼ਟੀਕਰਨ ਦਿੱਤਾ ਜਾਣਾ ਚਾਹੀਦਾ ਸੀ, ਨਾ ਕਿ PMO ਦੇ ਕਿਸੇ ਹੋਰ ਅਧਿਕਾਰੀਆਂ ਦੇ ਵੱਲੋਂ। ਔਰ ਇੰਟੈਲੀਜੈਂਸ ਰਿਪੋਰਟਾਂ ਇਹ ਵੀ ਆ ਰਹੀਆਂ ਨੇ ਕਿ ਜਿਹੜੇ ਤਾਲਮੇਲ ਡਿਫੈਂਸ ਔਰ ਫੋਰਨ ਅਫੇਅਰਜ਼ ਦੇ ਵਿੱਚ, ਵਿਦੇਸ਼ ਔਰ ਰੱਖਿਆ ਮੰਤਰਾਲੇ ਦੇ ਵਿੱਚ ਚਾਹੀਦਾ ਸੀ, ਉਹ ਤਾਲਮੇਲ ਦਿਖਾਈ ਨਹੀਂ ਦੇ ਰਿਹਾ ਕਿਤੇ। ਮਤਲਬ ਫੌਜੀ ਪੱਧਰ 'ਤੇ ਗੱਲਬਾਤ ਹੁੰਦੀ ਰਹੀ, ਜਦੋਂ ਇਸ ਲੈਵਲ ਦੇ ਟਕਰਾਅ ਤੱਕ ਗੱਲ ਪਹੁੰਚ ਗਈ ਤਾਂ ਵਿਦੇਸ਼ ਮੰਤਰਾਲੇ ਦਾ ਜਿਹੜਾ ਰੋਲ ਹੁੰਦਾ ਹੈ ਉਹ ਰੋਲ ਨਹੀਂ ਨਿਭਾਇਆ ਗਿਆ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਇਹ ਸਮੱਸਿਆ ਲਗਾਤਾਰ ਵੱਧਦੀ ਗਈ। ਹਾਲਾਂਕਿ ਪਹਿਲਾਂ ਤੋਂ ਵੀ ਪਤਾ ਸੀ, ਜਿਹੜੇ ਹੁਣ ਵਿਦੇਸ਼ ਮੰਤਰੀ ਨੇ ਤੇ ਉਹ ਉਦੋਂ ਸਕੱਤਰ ਸੀਗੇ ਉਸ ਡਿਪਾਰਟਮੈਂਟ ਦੇ, ਵਿਦੇਸ਼ ਮੰਤਰਾਲੇ ਦੇ, ਔਰ ਪਾਰਲੀਮੈਂਟ ਦੀ ਇੱਕ ਸਟੈਂਡਿੰਗ ਕਮੇਟੀ ਹੁੰਦੀ ਹੈ, ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੇ ਸਾਹਮਣੇ ਪੇਸ਼ ਹੁੰਦਿਆਂ ਉਹਨੇ 2017 ਦੇ ਵਿੱਚ ਇਹ ਕਿਹਾ ਸੀ ਕਿ ਜੋ ਅਸੀਂ ਬੁਨਿਆਦੀ ਢਾਂਚਾ ਉੱਥੇ ਬਣਾ ਰਹੇ ਹਾਂ ਇਹਦੇ ਐਕਸ਼ਨ ਤੇ ਰਿਐਕਸ਼ਨ ਹੋ ਸਕਦੇ ਨੇ ਮਾਮੂਲੀ। ਇਹਦਾ ਮਤਲਬ ਉਦੋਂ ਤੋਂ ਹੀ ਇਹ ਗੱਲ ਸਾਡੇ ਸਾਹਮਣੇ ਆਈ ਹੈ। ਪਰ ਕੁਝ ਹੋਰ ਮਾਹਰ ਜਿਹੜੇ ਸਾਡੇ ਮਤਲਬ ਇਹਨਾਂ ਰਣਨੀਤਿਕ ਮਾਮਲਿਆਂ ਨੂੰ ਦੇਖ ਰਹੇ ਨੇ ਉਸ ਸਾਰੇ ਮਾਮਲੇ ਦੇ ਵਿੱਚ, ਉਹ ਕਹਿ ਰਹੇ ਨੇ ਕਿ ਮਾਮਲੇ ਇਦੋਂ ਵੀ ਵੱਡੇ ਨੇ। ਮਾਮਲੇ ਇਦੋਂ ਵੱਡੇ ਇਸ ਕਰਕੇ ਨੇ ਕਿ ਇੱਕ ਤਾਂ ਇਹ ਹੈ ਕਿ ਜਿਹੜਾ 370 ਧਾਰਾ ਜਦੋਂ ਖਤਮ ਕਰਕੇ ਜੰਮੂ ਕਸ਼ਮੀਰ ਦੀ ਸਟੇਟ ਦਾ ਸਪੈਸ਼ਲ ਸਟੇਟਸ ਦੀ ਬਜਾਏ ਉਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਬਦਲ ਦੇਣਾ ਤੇ ਲਦਾਖ ਨੂੰ ਅਲੱਗ ਕੇਂਦਰ ਸ਼ਾਸਿਤ ਸਟੇਟ, ਉਦੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦੌਰਾਨ ਜੰਮੂ ਕਸ਼ਮੀਰ ਦੇ ਇਸ ਮੁੱਦੇ 'ਤੇ ਬਹਿਸ ਜਦੋਂ ਹੋ ਰਹੀ ਸੀ, ਉਸ ਬਹਿਸ ਦੇ ਸਮੇਂ ਸਾਡੇ ਗ੍ਰਹਿ ਮੰਤਰੀ ਨੇ ਕਿਹਾ ਕਿ ਅਜੇ ਐਕਸਾਈਚਨ ਵੀ ਹੈ, ਉੱਧਰ ਜਿਹੜਾ ਬਾਲਿਸਤਾਨ ਤੇ ਬਾਕੀ ਜਿਹੜੇ ਪਾਕਿਸਤਾਨ ਦੇ ਸਾਈਡ ਦੇ ਵਿੱਚ ਵੀ ਜਿਹੜੇ ਆਕੂਪਾਈਡ ਕਸ਼ਮੀਰ ਦੇ ਵਿੱਚ ਨੇ ਉਹ ਵੀ ਅਸੀਂ ਲੈਣੇ ਨੇ, ਔਰ ਇਹ ਸਰਕਾਰ ਦਾਅਵੇ ਨਾਲ ਲਏਗੀ ਵੀ ਇਹਨੇ ਵੀ ਥੋੜ੍ਹਾ ਬਹੁਤ ਮਤਲਬ ਉਸ ਲੈਵਲ 'ਤੇ ਉਹਨੂੰ ਪ੍ਰਵੋਕ ਕਰਨ ਦੇ ਵਿੱਚ ਰੋਲ ਪਲੇ ਕੀਤਾ। ਔਰ ਇਹਦੇ ਨਾਲ ਦੀ ਨਾਲ ਅਗਲੀ ਗੱਲ ਇਹ ਵੀ ਹੈ ਕਿ ਭਾਰਤ ਦੀ ਵਿਦੇਸ਼ ਪਾਲਿਸੀ ਦਾ ਜਿਹੜਾ ਇੱਕ ਸਵਾਲ ਹੈ ਉਹ ਵੀ ਹੈ ਕਿ ਭਾਰਤ ਹੁਣ ਤੱਕ ਜਿਹੜੀ ਨਾਨ ਅਲਾਈਨ ਮੂਵਮੈਂਟ, ਮਤਲਬ ਕਿਸੇ ਦੇ ਨਾਲ ਵੀ ਨਾ ਲੱਗਣਾ ਕਿਸੇ ਗੁੱਟ ਦੇ ਵਿੱਚੋਂ,
ਉਹਦੇ ਤੇ ਮੇਨਲੀ ਚੱਲਦਾ ਰਿਹਾ। ਪਰ ਪਿਛਲੇ ਸਮੇਂ ਦੇ ਵਿੱਚੋਂ ਇਹ ਜਿਹੜੀ ਵਿਦੇਸ਼ ਪਾਲਿਸੀ ਹੈ ਕਿਤੇ ਨਾ ਕਿਤੇ ਅਮਰੀਕਾ ਵੱਲ ਝੁਕਾਅ ਵਾਲੀ ਪਾਲਿਸੀ ਬਣਦੀ ਜਾ ਰਹੀ ਹੈ। ਔਰ ਅਮਰੀਕਾ ਔਰ ਚੀਨ ਔਰ ਭਾਰਤ ਇਹ ਸਾਰਿਆਂ ਦਾ ਮੰਡੀ ਨੂੰ ਲੈ ਕੇ ਜਿਹੜੇ ਮਾਰਕੀਟ ਦਾ ਇੱਕ ਸੈਟਅਪ ਹੈ, ਜੋਰ ਅਜਮਾਈ, ਵੱਡੀ ਤਾਕਤ ਬਣਨ ਦਾ, ਸੁਪਰ ਪਾਵਰ ਬਣਨ ਦੇ ਜਿਹੜੀਆਂ ਇੱਕ ਸੁਪਨੇ ਨੇ ਜਿਹੜੇ ਉਸ ਪੱਧਰ ਦੇ ਉੱਤੇ, ਤਾਂ ਉਹ ਵੀ ਕਿਤੇ ਨਾ ਕਿਤੇ ਇਹਦਾ ਕਾਰਨ ਬਣ ਰਹੇ ਨੇ। ਚੀਨ ਦੁਨੀਆ ਦੀ ਮੰਦੀ ਨੂੰ ਕੈਪਚਰ ਕਰਕੇ ਸਮੇਤ ਭਾਰਤ ਦੀ ਮੰਡੀ ਦੇ ਵਿੱਚ ਸੁਪਰ ਪਾਵਰ ਬਣਨਾ ਚਾਹੁੰਦਾ, ਅਮਰੀਕਾ ਨੂੰ ਰਿਪਲੇਸ ਕਰਨਾ ਚਾਹੁੰਦਾ। ਬਿਨਾਂ ਸ਼ੱਕ ਉਹਦੀ ਵਿਸਥਾਰਵਾਦੀ ਇੱਕ ਪਹੁੰਚ ਹੈ ਹੀ ਹੈ ਆਲੇ ਦੁਆਲੇ ਸਾਰਿਆਂ ਦੇ ਮਾਮਲਿਆਂ ਦੇ ਵਿੱਚ। ਔਰ ਇੱਥੇ ਭਾਰਤ ਨੂੰ ਅਮਰੀਕਾ ਵੀ ਵਰਤਣਾ ਚਾਹੁੰਦਾ ਇਸ ਮਾਮਲੇ ਦੇ ਵਿੱਚ ਕਿ ਤੁਸੀਂ ਚਾਈਨਾ ਨੂੰ ਕਾਊਂਟਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰੋ। ਔਰ ਇਹ ਇੱਕ ਹੁਣ ਅੰਤਰਨਿਰਭਰ ਦੁਨੀਆ ਐਸੀ ਬਣ ਗਈ ਹੈ, ਪਰ ਸਾਡੇ ਸਾਹਮਣੇ ਜਿਹੜਾ ਇਹ ਟਕਰਾਅ ਨੇ, ਇਹ ਟਕਰਾਅ ਕਿਵੇਂ ਕੂਟਨੀਤਿਕ ਪੱਧਰ ਤੇ, ਵਿਦੇਸ਼ੀ ਪੱਧਰ ਤੇ, ਡਿਪਲੋਮੈਟਿਕ ਪੱਧਰ ਤੇ ਹੱਲ ਕੀਤੇ ਜਾ ਸਕਦੇ ਨੇ, ਇਹਦੇ 'ਚ ਤੁਸੀਂ ਕਿੰਨੀ ਕਾਮਯਾਬ ਹੈਗੇ ਹੋ, ਕਿੰਨੇ ਨਹੀਂ ਹੈਗੇ ਹੋ, ਤੁਹਾਡੀ ਸਫਲਤਾ ਤੁਹਾਡੀ ਸਿਆਸੀ ਲੀਡਰਸ਼ਿਪ ਦੀ ਇਹਦੇ ਤੇ ਹੈ। ਜਦੋਂ ਸੰਕਟ ਆ ਗਿਆ ਸਾਡੇ ਦੇਸ਼ ਦੇ ਵਿੱਚ, ਉਦੋਂ ਜਿਹੜੇ ਬੀਜੇਪੀ ਦੇ ਮਤਲਬ ਸਪੋਕਸਪਰਸਨ ਸੀ, ਬੀਜੇਪੀ ਨਾਲ ਜੁੜਿਆ ਆਈਟੀ ਮੀਡੀਆ ਸੀ, ਉਹ ਸਾਰਾ ਕਹਿਣ ਲੱਗ ਗਿਆ ਕਿ ਇਹ ਤਾਂ ਅਸਲ 'ਚ ਜਿਹੜੀ ਉੱਥੇ ਝੜਪ ਹੋਈ ਹੈ ਲੋਕਲ ਹੈ, ਤਾਂ ਫੌਜ ਦਾ ਆਪ ਦਾ ਮਾਮਲਾ ਹੈ, ਇਹ ਕੋਈ ਸਿਆਸੀ ਲੀਡਰਸ਼ਿਪ ਦੀ ਕਮਜ਼ੋਰੀ ਦਾ ਮਾਮਲਾ ਨਹੀਂ ਹੈ। ਪਰ ਲੋਕ ਇਹਨੂੰ ਜੋੜ ਕੇ ਦੇਖਦੇ ਨੇ। ਅਜੇ ਪੁਰਾਣੀਆਂ ਘਟਨਾਵਾਂ ਨਹੀਂ ਹੋਈਆਂ। ਜਦੋਂ ਪੁਲਵਾਮਾ ਤੋਂ ਬਾਅਦ ਸਰਜੀਕਲ ਸਟ੍ਰਾਈਕ ਹੋਇਆ ਪਾਕਿਸਤਾਨ ਦੇ ਮਾਮਲੇ ਦੇ ਵਿੱਚ, ਉਦੋਂ ਸਾਡੇ ਪ੍ਰਧਾਨ ਮੰਤਰੀ 2016 ਦਾ ਉਹ ਸਟ੍ਰਾਈਕ ਸੀ ਤੇ 2018 'ਚ ਵਿਦੇਸ਼ ਦੀ ਧਰਤੀ ਤੇ ਇੱਕ ਰੈਲੀ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਕਿ ਮੈਂ ਫੌਜ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਫੌਜ ਨੂੰ ਦੱਸੋ ਤੇ ਉਹਨਾਂ ਦੀ ਫੌਜ ਨੂੰ ਦੱਸ ਕੇ ਕਹੋ ਕਿ ਤੁਹਾਡੀਆਂ ਉੱਥੇ ਬਾਡੀ 'ਚ ਪਈਆਂ ਨੇ, ਜਾ ਕੇ ਆਪਣੀਆਂ ਚੱਕ ਸਕਦੇ ਹੋ। ਉਦੋਂ ਬਾਅਦ ਮੀਡੀਆ ਨੂੰ ਤੇ ਸਾਡੇ ਦੇਸ਼ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਇਹਦਾ ਮਤਲਬ ਤੁਸੀਂ ਸਿਆਸਤ ਨੂੰ ਇੱਕ ਤਾਂ ਉਸ ਪੱਧਰ ਤੇ ਲੈ ਆਏ ਹੋ ਜਾ ਕੇ, ਫਿਰ ਕਿ ਉੱਥੇ ਤੁਸੀਂ ਕਹਿੰਦੇ ਹੋ ਵਾਹ ਸਾਡੀ ਹੋਵੇ, ਤੇ ਜਦੋਂ ਫੌਜ ਦਾ ਕੋਈ ਮਾਮਲਾ ਇਹੋ ਜਿਹਾ ਵਾਪਰ ਜਾਂਦਾ ਜਿਹੜਾ ਉਹਦੇ ਉਲਟ ਹੋ ਜਾਂਦਾ, ਉਦੋਂ ਤੁਸੀਂ ਕਹਿੰਦੇ ਹੋ ਫੌਜ ਦੋਸ਼ੀ ਹੈ। ਫੌਜ ਨਹੀਂ ਹੈ, ਕਿਉਂਕਿ ਜਮਹੂਰੀਅਤ ਦੇ ਵਿੱਚ, ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਫੈਸਲੇ ਹਮੇਸ਼ਾ ਪੋਲੀਟੀਕਲ ਲੀਡਰਸ਼ਿਪ ਲੈਂਦੀ ਹੈ। ਇਹ ਕੋਈ ਤਾਨਾਸ਼ਾਹ ਫੌਜੀ ਤਾਨਾਸ਼ਾਹ ਨਹੀਂ, ਫੌਜ ਆਪ ਨਹੀਂ ਲੈਂਦੀ। ਜੇ ਤੁਸੀਂ ਫੌਜ ਨੂੰ ਕਿਹਾ ਹੋਏਗਾ ਕੁਝ ਕਰਨ ਲਈ ਤਾਂ ਉਹ ਕਰੇਗੀ, ਜੇ ਨਹੀਂ ਕਿਹਾ ਹੋਏਗਾ ਤਾਂ ਉਹ ਨਹੀਂ ਕਰਦੀ ਉਸ ਪੱਧਰ ਦੇ ਉੱਤੇ। ਔਰ ਇਸ ਗੱਲ ਤੋਂ ਤੁਸੀਂ ਮਤਲਬ ਦੂਰ ਨਹੀਂ ਜਾ ਸਕਦੇ, ਭੱਜ ਨਹੀਂ ਜਾ ਸਕਦੇ ਕਿਸੇ ਵੀ ਰੂਪ 'ਚ। ਉਹਦਾ ਜਵਾਬ ਦੇਣੇ ਪੈਂਦੇ ਨੇ, ਔਰ ਜਵਾਬ ਲੋਕਾਂ ਦਾ ਡੈਮੋਕ੍ਰੇਸੀ ਦੇ ਵਿੱਚ ਜਵਾਬ ਮੰਗਣਾ ਹੱਕ ਵੀ ਹੈ, ਔਰ ਉਸ ਪੱਧਰ ਦੇ ਉੱਤੇ ਤੁਹਾਨੂੰ ਇਹ ਗੱਲ ਕਰਨ ਦੀ ਲੋੜ ਵੀ ਹੈ। ਔਰ ਜਿਹੜਾ ਇਹ ਮਾਮਲਾ ਸੀ ਖਾਸ ਤੌਰ 'ਤੇ ਬੁਆਨ ਵੈਲੀ ਦਾ, ਇਹ ਤਾਂ 1961 ਦੇ ਵਿੱਚ ਵੀ ਚੀਨ ਆ ਗਿਆ ਸੀ 62 ਦੀ ਲੜਾਈ ਦੇ ਵਿੱਚ, ਪਰ ਉਦੋਂ ਬਾਅਦ ਚੀਨ ਨੇ ਆਪਦੇ ਆਪ ਵਾਪਸ ਚਲਾ ਗਿਆ, ਕਿਉਂਕਿ ਕਾਰਨ ਇਹ ਸੀ ਵੀ ਇਹਦੀ ਮੇਨਟੇਨੈਂਸ ਕਰਨਾ ਇਹ ਕੋਈ ਸੌਖੇ ਕੰਮ ਨਹੀਂ ਹੈ। ਔਰ ਉਹਨੇ ਕਦੇ ਕਲੇਮ ਉਦੋਂ ਬਾਅਦ ਵੀ ਨਹੀਂ ਕੀਤਾ ਸੀ। ਇਹ ਪਹਿਲੀ ਵਾਰ ਹੈ ਜਦੋਂ ਉਹਨੇ ਕਲੇਮ ਕੀਤਾ ਕਿ ਇਹ ਸਾਡਾ ਹੈ, ਔਰ ਚੀਨ ਇਸ ਪਾਲਿਸੀ ਤੇ ਚੱਲਦਾ। ਜੇਕਰ ਤੁਸੀਂ ਇਹ ਪਾਲਿਸੀ ਲੈ ਕੇ ਆ ਜਾਂਦੇ ਹੋ ਕਿ ਨਹੀਂ ਜੀ ਸਾਡੇ ਕੋਈ ਗੱਲ ਨਹੀਂ ਹੈ, ਜੇ ਇਹਨੂੰ ਬਹੁਤ ਜ਼ਿਆਦਾ ਮਤਲਬ ਉਭਾਰ ਨਹੀਂ ਰਹੇ, ਅੰਡਰ ਕਰੰਟ ਉਹਦੇ ਰੱਖਦੇ ਹੋ, ਪਰਦੇ ਦੇ ਪਿੱਛੇ ਰੱਖਦੇ ਹੋ, ਤਾਂ ਚੀਨ ਦੀ ਪਾਲਿਸੀ ਕਲੀਅਰ ਹੈ। ਉਹ ਕਹਿੰਦਾ ਵੀ 10 ਕਦਮ ਅੱਗੇ ਚੱਲੋ, 2 ਕਦਮ ਪਿੱਛੇ ਹੋ ਜਾਣਗੇ, ਫਿਰ ਉਸ ਤੋਂ ਬਾਅਦ ਥੋੜਾ ਕਰਦੇ ਅੱਗੇ ਆਈ ਜਾਂਦੇ ਆ ਉਸ ਪੱਧਰ ਦੇ ਉੱਤੇ। ਔਰ ਇਹ ਜਿਹੜੀਆਂ ਚੀਜ਼ਾਂ ਨੇ, ਪਰ ਅਪਰੋਚ ਦੇ ਤੌਰ ਤੇ ਜੇਕਰ ਦੇਖਿਆ ਜਾਂਦਾ ਕਿ ਇਹ ਚਾਈਨਾ ਦਾ ਵੀ ਤੇ ਹਿੰਦੁਸਤਾਨ ਦਾ ਵੀ ਟਕਰਾਅ ਦਾ ਜਿਹੜਾ ਪੱਖ ਹੈ ਉਹ ਬਹੁਤ ਖਤਰਨਾਕ ਹੈ, ਔਰ ਟਕਰਾਅ ਨਹੀਂ ਹੋਣਾ ਚਾਹੀਦਾ। ਜਦੋਂ ਕਿਤੇ ਜੰਗ ਲੱਗਦੀ ਹੈ, ਜਾਂ ਹੁਣ ਇਹ ਵੀ ਜਿਹੜੇ ਉਹਨਾਂ ਮਾਵਾਂ ਦੇ ਪੁੱਤ ਮਰੇ ਨੇ, ਚਾਹੇ ਚਾਈਨਾ ਦੇ ਪੱਖ ਤੋਂ ਵੀ ਪਹਿਲਾਂ ਕਹਿੰਦੇ ਸੀ ਚੀਨ ਦੇ 40 ਮਰ ਗਏ ਨੇ, 17 ਤੱਕ ਤਾਂ ਆ ਹੀ ਗਈ ਹੈ ਰਿਪੋਰਟ ਕਿ 17 ਉਹਨਾਂ ਦੇ ਵੀ ਮਰੇ ਨੇ, ਜਾਂ ਇੱਧਰ ਵੀ ਦੋਨੋਂ ਪਾਸੇ ਫੌਜ ਦੇ ਵਿੱਚ ਜਿਹੜੇ ਭਰਤੀ ਹੋਣ ਵਾਲੇ ਨੌਜਵਾਨ ਨੇ ਉਹ ਬਹੁਤ ਗਰੀਬ ਆਮ ਪਰਿਵਾਰਾਂ ਦੇ ਵਿੱਚੋਂ ਹੁੰਦੇ ਨੇ। ਔਰ ਠੀਕ ਹੈ, ਦੇਸ਼ ਦੀ ਸੁਰੱਖਿਆ ਦਾ ਇੱਕ ਇੰਪੋਰਟੈਂਟ ਗੱਲ ਹੁੰਦੀ ਹੈ, ਪਰ ਸੁਰੱਖਿਆ ਨੂੰ ਆਪਸੀ ਗੱਲਬਾਤ ਦੇ ਰਾਹੀਂ ਆਪਸੀ ਤਰੀਕੇ ਨਾਲ ਨਿਭਾਉਣਾ ਚਾਹੀਦਾ। ਔਰ ਜੰਗ ਕਿਸੇ ਮਸਲੇ ਦਾ ਹੱਲ ਵੀ ਨਹੀਂ ਹੈ। ਜੰਗ ਇਸ ਤਰ੍ਹਾਂ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੈ, ਕਿਉਂਕਿ 1945 ਤੋਂ ਬਾਅਦ ਜਦੋਂ ਦੂਜੀ ਸੰਸਾਰ ਜੰਗ ਹੋ ਚੁੱਕੀ ਸੀ, ਤੇ ਉਸ ਤੋਂ ਬਾਅਦ ਲੋਕਾਂ ਨੇ ਸੋਚਿਆ ਵੀ ਕਿ ਯੂਐਨਓ ਹੈ, ਯੂਐਨਓ ਦੇ ਵਿੱਚ ਬੈਠ ਕੇ ਮਾਮਲੇ ਹੱਲ ਕਰੋ, ਬਾਕੀ ਉਸ ਦੇ ਵਿੱਚ ਦੇਖਿਆ ਜਾਏ ਸਾਰਾ ਮਾਮਲਾ। ਔਰ ਜੰਗ ਦੇ ਆਧਾਰ ਤੇ ਵੱਡੀਆਂ ਤਾਕਤਾਂ ਨੇ ਵੀ ਕਦੇ, ਹੁਣ ਉਹ ਪੁਰਾਣਾ ਦੇਸ਼ ਨੂੰ ਕਬਜ਼ੇ 'ਚ ਕਰਨ ਵਾਲੀ ਜਿਹੜੀ ਧਾਰਨਾ ਉਹ ਖਤਮ ਹੋ ਚੁੱਕੀ ਹੈ। 45 ਤੋਂ ਬਾਅਦ ਕੋਈ ਦੇਸ਼ ਇਹੋ ਜਿਹਾ ਨਹੀਂ। ਅਮਰੀਕਾ ਨੇ ਇਰਾਕ ਤੇ ਹਮਲਾ ਕੀਤਾ, ਪਰ ਉੱਥੋਂ ਨਿਕਲਣਾ ਮੁਸ਼ਕਲ ਹੋ ਗਿਆ। ਉਹਦੇ 'ਤੇ ਇੱਕ ਕਿਤਾਬ ਲਿਖੀ ਕਾਫੀ ਇੰਪੋਰਟੈਂਟ, ਜੋਸਫ ਸਟਿਗਲਟਸ ਨੇ, ਜਿਹੜਾ ਅਮਰੀਕਾ ਦਾ ਨੋਬਲ ਪ੍ਰਾਈਜ਼ ਵਿਨਰ ਅਰਥ ਸ਼ਾਸਤਰੀ ਹੈ। ਉਹਨੂੰ ਕਹਿੰਦਾ $3 ਟ੍ਰਿਲੀਅਨ ਵਾਰ, $3 ਟ੍ਰਿਲੀਅਨ ਲੱਗ ਗਏ, ਪਰ ਅਮਰੀਕਾ ਨੂੰ ਫਿਰ ਵੀ ਖਹਿੜਾ ਛਡਾਉਣਾ ਮੁਸ਼ਕਲ ਹੋ ਗਿਆ। ਅਮਰੀਕਾ ਦੀ ਆਰਥਿਕ ਮੰਦੀ ਦਾ ਬਹੁਤ ਵੱਡਾ ਕਾਰਨ ਉਹ ਜੰਗ ਸੀ। ਫਿਰ ਅਫਗਾਨਿਸਤਾਨ 'ਚੋਂ ਕਿਵੇਂ ਨਿਕਲਣਾ ਪਿਆ ਆਪਸ ਦੇ ਵਿੱਚ ਜਾ ਕੇ ਉਸੇ ਪੱਧਰ ਦੇ ਉੱਤੇ। ਇਸ ਕਰਕੇ ਹੁਣ ਜਿਹੜੀ ਲੜਾਈ ਹੈ, ਲੜਾਈ ਨੂੰ ਤੁਸੀਂ ਫੌਜੀ ਤਰੀਕੇ ਦੇ ਨਾਲ ਜਿੱਤ ਕੇ ਲੜ ਕੇ ਉੱਥੇ ਚਲੇ ਜਾਓਗੇ, ਉਹ ਨਹੀਂ ਰਿਹਾ। ਹੁਣ ਤਰੀਕਾ ਹੋਰ ਤਰੀਕੇ ਤਰ੍ਹਾਂ ਦਾ ਹੋ ਗਿਆ।
ਹੁਣ ਦੁਨੀਆ ਦੇ ਰੂਲ ਬਣ ਗਏ, ਬਿਜ਼ਨਸ ਕਰੋ, ਉੱਥੋਂ ਪੈਸਾ ਕਮਾਓ, ਪੈਸਾ ਆਪਣੇ ਦੇਸ਼ ਦੇ ਵਿੱਚ ਲੈ ਜਾਓ। ਫੌਜੀ ਜਿਹੜਾ ਤਰੀਕਾ ਹੈ ਉਹ ਤਰੀਕਾ ਐਡਾ ਵੱਡਾ ਨਹੀਂ ਬਚਿਆ ਉਸ ਪੱਧਰ ਦੇ ਉੱਤੇ। ਔਰ ਇਸੇ ਕਰਕੇ ਇਹ ਹੈ ਕਿ ਇਹਨਾਂ ਗੱਲਾਂ ਦੇ ਲਈ ਕਿ ਤੁਸੀਂ ਜਿਹੜਾ ਇੱਕ ਟਾਈਪ ਦਾ ਰਾਸ਼ਟਰਵਾਦ ਉਸ ਪੱਧਰ ਤੇ ਭੜਕਾਉਣ ਦੀ ਗੱਲ ਜਿਹੜੀ ਪਾਕਿਸਤਾਨ ਨਾਲ ਕਰਦੇ ਸੀ ਜਾਂ ਬਾਕੀ ਕਰਦੇ ਸੀ, ਔਰ ਉਹ ਹਾਲਾਂਕਿ ਬਹੁਤ ਬਿਹਤਰ ਨਹੀਂ ਸੀ, ਪਰ ਚਾਈਨਾ ਦੇ ਮਾਮਲੇ 'ਚ ਤੁਹਾਡਾ ਹੋਰ ਰੁਖ ਹੈ ਤੇ ਪਾਕਿਸਤਾਨ ਦੇ ਮਾਮਲੇ 'ਚ ਥੋੜ੍ਹਾ ਜਿਹਾ ਹੋਰ ਰੁਖ ਹੈ। ਔਰ ਇਹ ਵੀ ਇੱਕ ਚਿੰਤਾ ਦਾ ਸਵਾਲ ਹੈ ਕਿ ਜਿਹੜੇ ਸਾਡੇ ਗੁਆਂਢੀ ਮੁਲਕ ਨੇ, ਕਿਉਂ ਸਾਰਿਆਂ ਦੇ ਨਾਲ ਸਾਡੇ ਸੰਬੰਧ ਕਿਉਂ ਮਤਲਬ ਇਹੋ ਜਿਹੇ ਨਹੀਂ ਹੈ ਕਿ ਸੁਖਾਵੇਂ ਹੋਣ। ਨੇਪਾਲ ਜਿਹੜਾ ਕਿ ਬੜੇ ਕੁਝ ਸਾਲ ਪਹਿਲਾਂ ਹੀ ਹਿੰਦੂ ਰਾਸ਼ਟਰ ਤੋਂ ਡੈਮੋਕ੍ਰੈਟਿਕ ਰਾਸ਼ਟਰ ਦੇ ਵਿੱਚ ਆਇਆ ਹੈ, ਜਿਹਦਾ ਕਿ ਸਾਡੇ ਨਾਲ ਧਰਮ, ਸਾਡੇ ਨਾਲ ਰਵਾਇਤਾਂ ਸਭ ਕੁਝ ਵੀ ਮਿਲਦੀਆਂ ਨੇ, ਉਹਦੀ ਪਾਰਲੀਮੈਂਟ ਵੀ ਮਤਾ ਪਾਸ ਕਰਦੀ ਹੈ ਕਿ ਅਸੀਂ ਵੀ ਤੁਹਾਡੇ ਤੋਂ ਕੁਝ ਥਾਂ ਲੈਣੀ ਹੈ ਜਾਂ ਸਾਨੂੰ ਵੀ ਇਸ ਕਰਕੇ ਦੇ ਦਿਓ। ਉਹ ਕਿਉਂ ਹੈ? ਲੰਕਾ ਦਾ ਮਾਮਲਾ ਹੈ, ਬਾਕੀ ਦੇ ਜਿੰਨੇ ਮਾਮਲੇ ਗੁਆਂਢੀ ਪਾਕਿਸਤਾਨ ਨਾਲ ਤਾਂ ਸਾਡਾ ਹੈ ਹੀ ਹੈ। ਅਸਲ ਦੇ ਵਿੱਚ ਕਿਉਂਕਿ ਭਾਰਤ ਤੇ ਚੀਨ ਦਾ ਜਿਹੜਾ ਸਵਾਲ ਹੈ, ਇਹ ਵੱਡੀਆਂ ਤਾਕਤਾਂ ਨੇ ਇਸ ਖੇਤਰ ਦੇ ਵਿੱਚ, ਔਰ ਉਹਦੇ 'ਚੋਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਜੰਗ ਕਿਵੇਂ ਟਲੇ, ਪਰ ਉਹਦੇ 'ਚ ਬਹੁਤ ਹੀ ਨੇਕ ਨੀਤੀ ਦੇ ਨਾਲ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ, ਵਿਰੋਧੀਆਂ ਨੂੰ ਵੀ ਨਾਲ ਲੈ ਕੇ ਚੱਲਣਾ ਪੈਂਦਾ, ਉੱਤੇ ਸਪਸ਼ਟ ਕੂਟਨੀਤਿਕ ਇੱਕ ਮਾਹੌਲ ਪੈਦਾ ਕਰਨਾ ਪੈਂਦਾ। ਦੁਨੀਆ ਦੇ ਵਿੱਚ ਜੇ ਹਿੰਦੁਸਤਾਨ ਦੀ ਸਰਕਾਰ ਇਹ ਮੈਸੇਜ ਲੈ ਕੇ ਜਾਂਦੀ ਕਿ ਅਸੀਂ ਜੰਗ ਦੇ ਖਿਲਾਫ ਹਾਂ ਔਰ ਚਾਈਨਾ ਧੱਕਾ ਕਰ ਰਿਹਾ, ਦੁਨੀਆ ਦੀ ਲੋਕ ਰਾਏ ਨੂੰ ਆਪਣੇ ਪੱਖ ਦੇ ਵਿੱਚ ਇੱਕ ਇਸ ਲੈਵਲ ਤੇ ਕੀਤਾ ਜਾਏ। ਦੁਨੀਆ ਦੀ ਪਬਲਿਕ ਓਪੀਨੀਅਨ ਦਾ ਬਹੁਤ ਵੱਡਾ ਰੋਲ ਹੈ ਇਸ ਸਮੇਂ ਕਿਸੇ ਵੀ ਮਾਮਲੇ ਦੇ ਵਿੱਚ, ਜੰਗ ਦੇ ਖਿਲਾਫ ਜਾਂ ਜੰਗ ਦੇ ਪੱਖ ਜੋ ਵੀ ਕੁਝ ਹੋਏਗਾ, ਔਰ ਉਸ ਪਾਸੇ ਚੱਲਣਾ ਚਾਹੀਦਾ। ਤੇ ਮੇਰਾ ਖਿਆਲ ਹੈ ਕਿ ਸਾਡੀ ਸਰਕਾਰ ਨੂੰ ਇਹ ਸਟੈਂਡ ਲੈਣਾ ਚਾਹੀਦਾ ਕਿ ਅਸੀਂ ਹਰ ਕਿਸਮ ਦੀ ਜੰਗ ਦੇ ਖਿਲਾਫ ਹਾਂ, ਪਰਮਾਣੂ ਬੰਬਾਂ ਨੂੰ ਵੀ ਖਤਮ ਕਰਨਾ ਚਾਹੀਦਾ, ਅਸੀਂ ਵੀਟੋ ਪਾਵਰ ਦੇ ਖਿਲਾਫ ਹਾਂ, ਵੀਟੋ ਪਾਵਰ ਦੀ ਬਜਾਏ ਸਾਰਿਆਂ ਨੂੰ ਬਰਾਬਰ ਦੇ ਹੱਕ ਉਸ ਪੱਧਰ ਦੇ ਉੱਤੇ ਹੋਣੇ ਚਾਹੀਦੇ ਨੇ। ਤੇ ਜਿਹੜੀ ਅਮਨ ਪਸੰਦਗੀ ਦਾ ਇੱਕ ਅਸੀਂ ਗੱਲ ਕਰਦੇ ਹਾਂ, ਤੇ ਉਹ ਅਮਨ ਪਸੰਦਗੀ ਸਾਡੇ ਸਿਆਸਤ ਦੇ ਵਿੱਚੋਂ ਝਲਕਣੀ ਵੀ ਚਾਹੀਦੀ ਹੈ। ਇਸ ਕਰਕੇ ਜਿਹੜਾ ਚਾਈਨਾ ਤੇ ਇੰਡੀਆ ਦਾ ਜਿਹੜਾ ਵਿਵਾਦ ਹੈ, ਇਹ ਆਪਸੀ ਗੱਲਬਾਤ ਦੇ ਰਾਹੀਂ ਔਰ ਨਿਆਂ ਤੇ ਜਸਟਿਸ ਦੇ ਆਧਾਰ ਤੇ ਹੱਲ ਹੋਣਾ ਚਾਹੀਦਾ। ਲੋਕਾਂ ਦੇ ਹੋਰ ਪੁੱਤ ਨਾ ਮਰਨ ਜੰਗਾਂ ਦੇ ਵਿੱਚ, ਇਹ ਉਮੀਦ ਕਰਨੀ ਚਾਹੀਦੀ ਹੈ। ਔਰ ਸਾਡੀ ਸਿਆਸੀ ਲੀਡਰਸ਼ਿਪ ਨੂੰ ਦਿਆਨਤਦਾਰ ਤਰੀਕੇ ਦੇ ਨਾਲ ਅੱਗੇ ਆਉਣਾ ਚਾਹੀਦਾ, ਨਾ ਕਿ ਉਸ ਦੇ ਪੱਖ ਦੇ ਉੱਤੋਂ। ਇਸ ਕਰਕੇ ਜਿਹੜੀ ਸੁਪਰ ਪਾਵਰਿਜ਼ਮ ਦਾ ਸਵਾਲ ਹੈ, ਔਰ ਨੋਮ ਚਮਸਕੀ ਵੱਡੇ ਸਕਾਲਰ ਨੇ ਅਮਰੀਕਾ ਦੇ, ਉਹ ਕਹਿੰਦੇ ਨੇ ਮਹਾਸ਼ਕਤੀਵਾਦ ਤੇ ਅੱਤਵਾਦ ਦੋਨੋਂ ਇੱਕੋ ਸਿੱਕੇ ਦੇ ਦੋ ਪਾਸੇ ਨੇ। ਮਹਾਸ਼ਕਤੀ ਦੀ ਧਾਰਨਾ ਸਮੇਟਣੀ ਪਏਗੀ, ਸਰਬੱਤ ਦੇ ਭਲੇ ਦੀ ਸੰਭਾਵਨਾ ਲਿਆਉਣੀ ਪਏਗੀ, ਉਦੋਂ ਬਾਅਦ ਹੀ ਇਹਨਾਂ ਮਸਲਿਆਂ ਦੇ ਹੱਲ ਹੋਣਗੇ। ਇਹਦੀ ਲੌਂਗ ਰਨ ਡਾਇਰੈਕਸ਼ਨ ਉਸ ਪਾਸੇ ਲਿਜਾਣੀ ਪਏਗੀ। ਇਹ ਸਭ ਤੋਂ ਬੜਾ ਮਤਲਬ ਦਿਸ਼ਾ ਦਾ ਸਵਾਲ ਹੈ, ਔਰ ਦਿਸ਼ਾ ਉਸ ਪਾਸੇ ਵੱਲ ਜਾਏਗੀ ਤਾਂ ਟਕਰਾਅ ਸ਼ਾਇਦ ਆਉਣ ਵਾਲੇ ਸਮੇਂ 'ਚ ਵੀ ਹੋਰ ਘਟਣਗੇ। ਹਮੀਰ ਸਿੰਘ ਜੀ, ਇੱਕ ਪਾਸੇ ਜੰਗ ਦੀ ਗੱਲਾਂ ਹੋ ਰਹੀਆਂ, ਦੂਜੇ ਪਾਸੇ ਦੇਸ਼ ਦੇ ਹੀ ਜਿਹੜੇ ਸੁਰੱਖਿਆ ਮਾਹਰ ਰਹਿ ਰਹੇ ਨੇ ਤੇ ਵਿਰੋਧੀ ਧਿਰ ਹੈ, ਉਹ ਬਾਰ-ਬਾਰ ਇਹ ਗੱਲ ਕਹਿ ਰਿਹਾ ਵੀ ਕਿ ਕੇਂਦਰ ਸਰਕਾਰ ਸਾਨੂੰ ਭਰੋਸੇ ਵਿੱਚ ਲਏ ਬਿਨਾਂ ਜੋ ਵੀ ਹੈ ਕਰੀ ਜਾ ਰਹੇ। ਕਿਉਂਕਿ ਇਸ ਸੰਬੰਧ ਨੂੰ ਤੁਸੀਂ ਕਿਵੇਂ ਦੇਖਦੇ ਹੋ? ਨਹੀਂ, ਬਿਲਕੁਲ, ਜਦੋਂ ਦੇਸ਼ ਨੂੰ ਤੁਸੀਂ ਨਾਲ ਲੈਣਾ ਹੁੰਦਾ ਉਦੋਂ ਤੁਸੀਂ ਆਮ ਤੌਰ ਤੇ ਪਹਿਲਾਂ ਤੋਂ ਹੀ ਇਹ ਕਰਦੀਆਂ ਰਹੀਆਂ ਨੇ ਪਾਰਟੀਆਂ, ਸਰਕਾਰਾਂ ਵਿਰੋਧੀ ਧਿਰਾਂ ਨੂੰ ਜਾਂ ਸਾਰੀਆਂ ਧਿਰਾਂ ਨੂੰ ਨਾਲ ਲੈਂਦੀਆਂ ਨੇ, ਉਹਨੂੰ ਬਰੀਫ ਕਰਦੀਆਂ ਨੇ ਕਿ ਆਹ ਮਾਮਲਾ ਹੁਣ ਆਪਾਂ ਦੱਸੋ। ਇੱਕ ਰਾਏ ਲਈ ਜਾਂਦੀ ਹੈ ਪੂਰੀ। ਇੱਥੇ ਵੀ ਰਾਏ ਬੜੀ ਲੇਟ ਲਈ ਗਈ ਔਰ 19 ਜੂਨ ਨੂੰ ਜਾ ਕੇ ਲਈ ਗਈ, ਜਦੋਂ 15 ਜੂਨ ਨੂੰ ਕਲੈਸ਼ ਹੋ ਗਿਆ ਬਹੁਤ ਵੱਡਾ। ਪਹਿਲਾਂ ਲਈ ਜਾਣੀ ਚਾਹੀਦੀ ਸੀ, ਪਰ ਉਹਦੇ ਵਿੱਚ ਵੀ ਫਿਰ ਆਲ ਪਾਰਟੀ ਮੀਟਿੰਗ 'ਚ ਕਿ ਵਿਵਾਦਿਤ ਬਿਆਨ ਆ ਗਿਆ, ਉਹਨੇ ਜਾਂ ਤਾਂ ਚਰਚਾ ਇਸ ਲੈਵਲ ਤੇ ਚਲਾਈ ਹੈ। ਤੇ ਇਹਨੂੰ ਕੋਆਪਰੇਸ਼ਨ, ਸਹਿਯੋਗ, ਜਿਹੜਾ ਇੱਕ ਦੂਜੇ ਦੇ ਨਾਲ ਸਹਿਮਤੀ ਵਾਲੀ ਅਪਰੋਚ ਚਾਹੀਦੀ ਹੈ। ਜੇ ਉਹ ਅਪਰੋਚ ਹੋਏਗੀ ਤਾਂ ਇਕਜੁੱਟਤਾ ਵੀ ਬਣਦੀ ਹੈ, ਔਰ ਇਕਜੁੱਟਤਾ ਤੁਹਾਨੂੰ ਮਜ਼ਬੂਤੀ ਵੀ ਦਿੰਦੀ ਹੈ, ਹਰ ਪੱਧਰ ਤੇ ਮਜ਼ਬੂਤੀ ਦਿੰਦੀ ਹੈ। ਗੱਲਬਾਤ 'ਚ ਵੀ, ਕੂਟਨੀਤਿਕ ਬਾਹਰ ਮੈਸੇਜ ਵੀ ਚੰਗਾ ਜਾਂਦਾ। ਜੇ ਆਪਸ 'ਚ ਹੀ ਕਲੈਸ਼ ਰਹਿੰਦੇ ਨੇ ਤਾਂ ਬਾਹਰ ਮੈਸੇਜ ਕਮਜ਼ੋਰ ਹੋ ਜਾਂਦਾ। ਇੱਕ ਹਮੀਰ ਸਿੰਘ ਜੀ, ਇਹਦੇ ਨਾਲ ਇਹ ਵੀ ਦੇਖਣ 'ਚ ਆ ਰਿਹਾ ਵੀ ਕਿ ਤੁਸੀਂ ਕਿਹਾ ਜਿਵੇਂ ਵੀ ਕਿ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਹੈ ਜੰਗਾਂ ਨਹੀਂ ਹੋਈਆਂ, ਪਰ ਭਾਰਤ ਦਾ ਲਗਾਤਾਰ ਪਾਕਿਸਤਾਨ ਤੇ ਚੀਨ ਨਾਲ ਵਿਵਾਦ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਹੁੰਦਾ ਰਿਹਾ। ਜਿਹੜਾ ਲੰਘੇ ਦਿਨ ਹੁਣ ਪ੍ਰਧਾਨ ਮੰਤਰੀ ਨੂੰ ਇਹ ਗੱਲ ਕਹਿਣੀ ਪੈ ਗਈ ਵੀ ਕਿ ਲਦਾਖ ਖੇਤਰ ਦੀ ਗਲਵਾਨ ਘਾਟੀ 'ਚ ਮਾੜੀ ਅੱਖ ਰੱਖਣ ਵੱਲ ਨੂੰ ਜਾਂ ਕਿਸੇ ਵੀ ਭਾਰਤ ਦੀ ਜ਼ਮੀਨ ਤੇ ਮਾੜੀ ਅੱਖ ਰੱਖਣ ਵੱਲ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਕਿ ਇਸ ਬਿਆਨ ਤੋਂ ਬਾਅਦ ਤੁਹਾਨੂੰ ਲੱਗਦਾ ਨਹੀਂ ਵੀ ਕਿ ਭਾਰਤ ਦਾ ਟਕਰਾਅ ਜਿਹੜਾ ਹੈਗਾ ਵੱਧ ਸਕਦਾ? ਮੈਨੂੰ ਲੱਗਦਾ ਕਿ ਉਹ ਬੜਾ ਪ੍ਰੈਸ਼ਰ 'ਚ ਪ੍ਰਧਾਨ ਮੰਤਰੀ ਦਾ ਬਿਆਨ ਆਇਆ। ਉਹਨਾਂ ਨੇ ਵੀ ਚੀਨ ਦਾ ਨਾਂ ਇੱਕ ਵਾਰ ਨਹੀਂ ਲਿਆ ਇਸ ਸਾਰੇ ਮਾਮਲੇ ਦੇ ਵਿੱਚ ਵੀ, ਕਿ ਚੀਨ ਕਹਿ ਕੇ ਸ਼ਬਦ ਦੇ ਤੌਰ ਤੇ ਉਹਨਾਂ ਨੇ ਯੂਜ਼ ਕੀਤਾ ਹੈ, ਕਿਉਂਕਿ ਅੰਦਰੂਨੀ ਇੰਨਾ ਪ੍ਰੈਸ਼ਰ ਵੱਧ ਜਾਂਦਾ ਹੈ ਕਿ ਤੁਸੀਂ ਇਹ ਤਾਂ ਮੰਨ ਨਹੀਂ ਰਹੇ ਕਿ ਪਹਿਲਾਂ ਸਾਡੇ ਤੋਂ ਗਲਤੀ ਹੋਈ ਹੈ, ਜਾਂ ਤਾਂ ਇਹ ਮੰਨ ਲਓ, ਦੇਸ਼ ਕਹਿੰਦਾ ਵੀ ਚੱਲ ਠੀਕ ਹੈ ਕੋਈ ਨਹੀਂ ਗਲਤੀ ਹੋਈ ਹੈ ਸੁਧਾਰ ਲਓ। ਤੇ ਇਹ ਕਹਿਣਾ ਆਪਦੇ ਆਪ 'ਚ ਕਿ ਜੀ ਜਵਾਬ ਦਿੱਤਾ, ਅਸੀਂ ਮੂੰਹ ਤੋੜ ਜਵਾਬ ਦਿੱਤਾ ਹੈ, ਫਿਰ ਦਿਆਂਗੇ, ਇਸ ਲੈਵਲ ਦੀ ਮੈਨੂੰ ਲੱਗਦਾ ਸ਼ਬਦਾਵਲੀ ਤੋਂ ਸ਼ਾਇਦ ਉਸ ਲੈਵਲ ਤੇ ਗੁਰੇਜ਼ ਕਰਨਾ ਚਾਹੀਦਾ ਕਿਸੇ ਵੀ ਪੱਧਰ ਦੇ ਉੱਤੇ, ਔਰ ਐਕਸ਼ਨ ਦੇ ਵਿੱਚ ਤੁਸੀਂ ਦਿਖਣੇ ਚਾਹੀਦੇ ਹੋ, ਨਾ ਕਿ ਬਿਆਨਬਾਜ਼ੀ ਦੇ ਵਿੱਚ। ਬਿਆਨਬਾਜ਼ੀ ਜੇ
ਜੰਗ ਨੂੰ ਪ੍ਰਮੋਟ ਕਰਨ ਵਾਲੀ ਬਿਆਨਬਾਜ਼ੀ ਹੈ, ਚਾਹੇ ਉਹ ਚੀਨ ਦੇ ਅਫਸਰ ਕਰਦੇ ਹੋਣ ਜਾਂ ਚੀਨ ਦੇ ਪੋਲੀਟੀਕਲ ਲੀਡਰਸ਼ਿਪ ਕਰਦੀ ਹੋਵੇ, ਚਾਹੇ ਸਾਡੇ ਦੇਸ਼ ਦੀ। ਜੰਗ ਕਿਸੇ ਦੇ ਹੱਕ 'ਚ ਨਹੀਂ ਹੈ। ਤੁਸੀਂ ਪਬਲਿਕ ਓਪੀਨੀਅਨ ਬਣਾਓ, ਤੁਸੀਂ ਦੁਨੀਆ ਪੱਧਰ ਦੇ ਮੰਚਾਂ ਤੇ ਜਾਓ, ਜਿੰਨੇ ਵੀ ਧੱਕੇ ਨੇ, ਜਿੰਨੀ ਓਪੀਨੀਅਨ ਬਣੇਗੀ ਤਾਂ ਮਜਬੂਰ ਕਰ ਦਿਓ ਤੇ ਬਾਕੀ ਦੇਸ਼ ਨੂੰ ਕਿ ਉਹ ਇਨਸਾਫ ਦੇ ਆਧਾਰ ਤੇ ਪਿੱਛੇ ਹਟੇ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਭਾਰਤ ਤੇ ਚੀਨ ਵਿਚਕਾਰ ਵੱਧ ਰਹੇ ਵਿਵਾਦ ਸੰਬੰਧੀ ਆਪਣੇ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।